ਵੱਡੀ ਗਿਣਤੀ 'ਚ ਉੱਥੇ ਦਿੱਲੀ ਕੱਟ ਸੀਗਾ, ਉਵੇਂ ਦੁਬਾਰੇ ਇੱਕ ਵਾਰੀ ਇਹ ਲਾਸਟ ਹਮਲਾ ਹੈ। ਹੁਣ ਜਮਾ ਕੰਮ ਕੰਢਿਆਂ ਤੇ ਆਇਆ ਪਿਆ, ਜਿੱਤੇ ਆਪਾਂ ਪਏ ਆਂ। ਬੰਗਾਲ ਦੇ ਵਿੱਚ ਮਮਤਾ ਦੀ ਜਿੱਤ ਹੋਈ ਹੈ, ਉਹ ਇੱਕ ਵੱਡਾ ਡ੍ਰੌਪ ਰਹੂਗਾ ਬੀਜੇਪੀ ਗਵਰਨਮੈਂਟ ਦੇ ਲਈ। ਹੁਣ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਊਗਾ ਤਾਂ ਮੈਨੂੰ ਲੱਗਦਾ ਵੀ ਆਪਣਾ ਜਿਹੜਾ ਕੰਮ ਹੈ ਉਹ ਛੇਤੀ ਹੋਊਗਾ। ਕੋਈ ਜਥੇਬੰਦੀ ਦਿੱਲੀ ਨਹੀਂ ਲੈ ਕੇ ਗਈ ਹੈ ਤਾਂ ਸੰਗਤ ਗਈ ਹੈ, ਜਥੇਬੰਦੀਆਂ ਵਾਲੇ ਬਾਅਦੋਂ ਗਏ ਆ ਦਿੱਲੀ। ਮੈਂ ਉੱਥੇ ਅੱਖਾਂ ਨਾਲ ਦੇਖਿਆ ਬੈਰੀਗੇਡ ਪੱਟਦੇ, ਸ਼ੰਭੂ ਬੈਰੀਗੇਡ ਤੇ ਮੈਂ ਮੌਜੂਦ ਸੀ ਜਦੋਂ 150 ਟਰਾਲੀ ਲੰਘੀ। ਇੱਕ ਬਹੁਤ ਵੱਡਾ ਜਥੇਦਾਰ ਆਗੂ ਸੀ, ਜਦੋਂ 200 ਟਰਾਲੀ ਲੰਘੀ ਉਹ ਉਦੋਂ ਬਾਅਦ ਚ ਗਿਆ ਵੀ ਹੁਣ ਸਾਨੂੰ ਜਾਣਾ ਪੈਣਾ। ਉਹਨੇ ਪਹਿਲ ਨਹੀਂ ਕੀਤੀ ਵੀ ਦਿੱਲੀ ਚੱਲੀਏ। ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦੀ ਉੱਥੇ ਡੁੱਬੀ ਤਾਂ ਜੇ ਮੈਨੂੰ ਸਾਹ ਨਾ ਆਇਆ। ਜੇ ਮੈਨੂੰ ਉਹ ਬੁਲਾਉਂਦੇ ਤਾਂ ਮੈਨੂੰ ਕੀ ਲੋੜ ਸੀ ਆਪ ਮੁਹਾਰੇ। ਮੈਂ ਜਥੇਬੰਦੀਆਂ ਨਾਲ ਜੁੜਿਆ, ਇੱਕ ਦਿਨ ਵੀ ਮੈਨੂੰ ਕਿਸੇ ਜਥੇਬੰਦੀ ਦਾ ਫੋਨ ਨਹੀਂ ਆਇਆ, ਇੱਕ ਦਿਨ ਵੀ ਮੈਨੂੰ ਉਹਨਾਂ ਨੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਕੀ ਸਰਗਰਮੀ ਹੈ। ਇਕੱਠ ਇੰਨਾ ਨਹੀਂ ਘਟਿਆ ਵੀ ਗਵਰਨਮੈਂਟ ਖਦੇੜ ਦੇਵੇ। ਇਕੱਠ ਉੱਥੇ ਹੁਣ ਵੀ ਹੈਗਾ, ਹੁਣ ਗਿਣਤੀ ਹਜ਼ਾਰਾਂ ਚ ਆ ਗਈ ਬਾਰਡਰਾਂ ਤੇ। ਕਿ ਸਾਡੇ ਬੰਦਿਆਂ ਦੇ ਵਿੱਚ ਸਭ ਤੋਂ ਕਮੀ ਅੱਜ ਤੱਕ ਇਹ ਰਹੀ, ਅਸੀਂ ਜੰਗਾਂ ਤਾਂ ਹਾਰੇ ਹਾਂ ਕਿ ਸਾਡੇ ਆਪਸੀ ਰੌਲੇ ਪੈ ਜਾਂਦੇ ਆ। ਇਸ ਮੋਰਚੇ ਦੇ ਵਿੱਚ ਵੀ ਸਾਡੇ ਆਪਸੀ ਰੌਲੇ ਚੱਲ ਰਹੇ ਆ। ਸਤਿ ਸ਼੍ਰੀ ਅਕਾਲ, ਮੈਂ ਗੁਰਪਾਲ ਸਿੰਘ ਬਰਾੜ ਸਵਾਗਤ ਕਰਦਾ ਤੁਹਾਡਾ। ਉਮੀਦ ਕਰਦਾ ਠੀਕ ਠਾਕ ਹੋਵੋਗੇ। ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਹਜੇ ਤੱਕ ਉਹਦੀ ਕੋਈ ਰਿਜ਼ਲਟ ਨਿਕਲ ਕੇ ਨਹੀਂ ਆਇਆ। ਬੜੇ ਲੋਕਾਂ ਦੇ ਦਿਲ ਟੁੱਟੇ ਵੀ ਨੇ, ਕਿਉਂਕਿ ਐਡਾ ਲੰਬਾ ਜਦੋਂ ਸੰਘਰਸ਼ ਚੱਲਿਆ ਜਾਂਦਾ। ਖੈਰ ਸਾਡੇ ਲੋਕਾਂ ਦਾ ਸਿਰੜੀ ਲੋਕ ਨੇ, ਉਹਨਾਂ ਦਾ ਮਤਲਬ ਤਾਰੀਫ ਕਰਨੀ ਬਣਦੀ ਹੈ ਕਿ ਹਜੇ ਤੱਕ ਉੱਥੇ ਬੈਠੇ ਨੇ। ਜਸ ਬਾਜਵਾ ਜਿਨ੍ਹਾਂ ਦਾ ਇੱਕ ਅਹਿਮ ਰੋਲ ਰਿਹਾ, ਵੈਸੇ ਸਾਰੇ ਕਲਾਕਾਰਾਂ ਦਾ, ਪੰਜਾਬੀ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਰਿਹਾ ਇਸ ਸੰਘਰਸ਼ ਦੇ ਵਿੱਚ। ਜਸ ਬਾਜਵਾ ਦਾ ਅਹਿਮ ਰੋਲ ਰਿਹਾ। ਸਾਡੇ ਨਾਲ ਜਸ ਬਾਜਵਾ ਨੇ। ਅੱਜ ਅਸੀਂ ਮਿਲਣ ਦੀ ਖਾਸੀਅਤ ਇਹ ਹੈ ਕਿ ਇੱਕ ਹੋਕਾ ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਕੋਵਿਡ ਨੂੰ ਮੱਦੇਨਜ਼ਰ ਰੱਖ ਕੇ ਹੁਣ ਅਸੀਂ ਇਕੱਠ ਨਹੀਂ ਕਰ ਸਕਦੇ। ਇੱਕ ਬੜਾ ਵਧੀਆ ਆਈਡੀਆ, ਮੈਨੂੰ ਪਰਸਨਲ ਤੌਰ ਤੇ ਬੜਾ ਵਧੀਆ ਆਈਡੀਆ ਲੱਗਾ, ਤੁਹਾਨੂੰ ਵੀ ਬੜਾ ਅੱਛਾ ਲੱਗੇਗਾ ਇਹ ਆਈਡੀਆ ਜਿਹੜਾ ਜਸ ਬਾਜਵਾ ਹੋਰੀ ਲੈ ਕੇ ਆਏ ਨੇ। ਹੋਕਾ ਨਾਮ ਦਾ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ, ਇੱਕ ਮੁਹਿੰਮ ਸ਼ੁਰੂ ਕੀਤੀ। ਅੱਜ ਬੱਲੋ ਮਾਜਰਾ ਮੋਹਾਲੀ ਦਾ ਪਿੰਡ ਹੈ, ਇੱਥੋਂ ਪਹਿਲਾਂ ਮਤਲਬ ਇਹ ਪਿੰਡ ਨੂੰ ਸਿਲੈਕਟ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਦੇ ਵਿੱਚ ਹੋਕਾ ਦਿੱਤਾ ਜਾਏਗਾ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ। ਲੋਕਾਂ ਨੂੰ ਦੱਸਿਆ ਜਾਏਗਾ ਕਿ ਸੰਘਰਸ਼ ਅਸੀਂ ਜਿੱਤਣ ਦੇ ਨੇੜੇ ਆ, ਸੰਘਰਸ਼ ਨੂੰ ਛੱਡੋ ਨਾ। ਲੋਕਾਂ ਨੂੰ ਹੌਸਲਾ ਦਿੱਤਾ ਜਾਏਗਾ। ਜਿਹੜੇ ਲੋਕ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਨਾਰਾਜ਼ ਹੋ ਕੇ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਦੁਬਾਰਾ ਹੌਸਲਾ ਦੇ ਕੇ ਉੱਥੇ ਜਾਣ ਦੀ ਅਪੀਲ ਕੀਤੀ ਜਾਏਗੀ। ਜਸ ਬਾਜਵਾ ਸਾਡੇ ਨਾਲ ਨੇ। ਬਾਜਵਾ ਸਾਹਿਬ, ਪਹਿਲਾਂ ਤਾਂ ਇਹ ਦੱਸ ਦਿਓ ਕਿ ਹੋਕਾ ਪ੍ਰੋਗਰਾਮ ਦੇ ਅਧੀਨ ਹੋਏਗਾ ਕੀ, ਤੇ ਇਹ ਜਦੋਂ ਨਾਮ ਤੋਂ ਹੀ ਪਤਾ ਲੱਗ ਜਾਂਦਾ ਵੀ ਅਸੀਂ ਅਨਾਉਂਸਮੈਂਟ ਕਰਾਂਗੇ, ਉਹ ਅਨਾਉਂਸਮੈਂਟ ਦੇ ਨਾਲ ਕਿੱਥੋਂ ਆਈਡੀਆ ਆਇਆ ਤੇ ਉਸ ਅਨਾਉਂਸਮੈਂਟ ਦੇ ਨਾਲ ਕਿੰਨਾ ਕੁ ਅਸਰ ਹੋਣ ਵਾਲਾ? ਮੈਂ ਬਰਾੜ ਵੀਰੇ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ, ਪਿਛਲੇ ਦਿਨਾਂ ਦਰਮਿਆਨ ਨਾ ਕਿਸਾਨੀ ਸੰਘਰਸ਼ ਤੇ ਸਾਡੇ ਗੀਤ ਬਹੁਤ ਆਏ। ਤਾਂ ਅਸੀਂ ਹੁਣ ਰੀਸੈਂਟਲੀ ਦਿਨਾਂ 'ਚ ਅਸੀਂ ਇੱਕ ਗੀਤ ਬਣਾਇਆ, ਆਜੋ ਮੁੰਡਿਓ ਚੱਲੀਏ, ਧਰਨੇ ਤੋਂ ਹੋਕਾ ਆਇਆ ਹੈ। ਉਹ ਹੋਕਾ ਸ਼ਬਦ ਮੇਰੇ ਕਲਿੱਕ ਬਹੁਤ ਕੀਤਾ ਵੀ ਯਾਰ ਇਹ ਪੁਰਾਣੇ ਬਜ਼ੁਰਗਾਂ ਤੋਂ ਸੁਣੀਦਾ ਹੁੰਦਾ ਸੀ ਵੀ ਪਿੰਡ 'ਚ ਹੋਕਾ ਦਿੱਤਾ ਗਿਆ ਜਦੋਂ ਕੋਈ ਇਕੱਠ ਕਰਨਾ ਹੁੰਦਾ ਸੀ। ਤਾਂ ਮੈਨੂੰ ਲੱਗਿਆ ਵੀ ਜਿਵੇਂ ਹੁਣ ਕੋਵਿਡ, ਕਿਉਂਕਿ ਪਹਿਲਾਂ ਮਹਾਂ ਪੰਚਾਇਤਾਂ ਚੱਲ ਰਹੀਆਂ ਸੀਗੀਆਂ, ਸਾਡੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਆਉਂਦੇ ਸੀ, ਲੋਕਾਂ ਨੂੰ ਲਾਮਬੰਦ ਕਰਦੇ ਸੀ ਵੀ ਦਿੱਲੀ ਚੱਲੀਏ। ਤਾਂ ਹੁਣ ਕੋਵਿਡ ਕਰਕੇ ਸਾਰਾ ਕੁਝ ਜਦੋਂ ਬੰਦ ਹੋ ਗਿਆ ਤਾਂ ਗੀਤ 'ਚੋਂ ਇਹ ਗੱਲ ਨਿਕਲ ਕੇ ਆਈ। ਮੈਂ ਜਿਹੜੀ ਸਾਡੀ ਟੀਮ ਹੈ, ਮੇਰੇ ਦੋਸਤ, ਉਹਨਾਂ ਨਾਲ ਮੈਂ ਸਲਾਹ ਕੀਤੀ ਵੀ ਯਾਰ ਜੇ ਆਪਾਂ ਪਿੰਡਾਂ 'ਚ ਜਾ ਕੇ ਲੌਸਮੈਂਟਾਂ ਕਰਵਾਈਏ ਤਾਂ ਕਿਵੇਂ ਰਹੂਗਾ ਹੋਕਾ। ਉਹ ਕਹਿੰਦੇ ਵੀ ਇਹਦੋਂ ਵਧੀਆ ਚੀਜ਼ ਨਹੀਂ ਮੈਨੂੰ ਕੋਈ ਲੱਗਦਾ ਵੀ ਹੋ ਸਕਦੀ ਆ। ਸੋ ਉਹ ਆਈਡੀਆ ਸਾਡੇ ਗੀਤ 'ਚੋਂ ਸੀ। ਤਾਂ ਅਸੀਂ ਸੋਚਿਆ ਵੀ ਅਸੀਂ ਸ਼ੁਰੂ ਕਰੀਏ, ਲੋਕ ਸਾਡੇ ਨਾਲ ਜੁੜਨਗੇ, ਇੱਕ ਪਹਿਲ ਕਰੀਏ। ਜਿੱਦਾਂ ਕਿਸਾਨੀ ਸੰਘਰਸ਼ 'ਚ ਪੰਜਾਬ ਨੇ ਕੀਤੀ, ਅੱਜ ਪੂਰਾ ਭਾਰਤ ਜੋੜ ਲਿਆ, ਉਵੇਂ ਹੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਜਿਹੜੀ ਸਾਡੀ ਮੁਹਿੰਮ ਹੈ, ਜਾ ਕੇ ਆਪਾਂ ਪਿੰਡ ਗੁਰਦੁਆਰਾ ਸਾਹਿਬ 'ਚ ਲੌਸਮੈਂਟ ਕਰਵਾਈਏ, ਮਹਾਰਾਜ ਦੀ ਹਜ਼ੂਰੀ 'ਚ ਅਰਦਾਸ ਕਰਵਾ ਕੇ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਅਸੀਂ ਮਹਾਰਾਜ ਇਹ ਜੰਗ ਜਿੱਤੀਏ। ਤੇ ਪਿੰਡ ਵਾਲੇ ਜਿਹੜੇ ਨੌਜਵਾਨ ਵੀਰ ਨੇ, ਸਾਡੇ ਬਜ਼ੁਰਗ ਭੈਣ ਭਰਾ ਨੇ, ਕੋਈ ਵੀ ਹੈ, ਕੋਈ ਵੀ ਕਿਸਾਨ ਵੀਰ ਨੇ, ਉਹਨਾਂ ਨੂੰ ਲਾਮਬੰਦ ਕਰੀਏ ਵੀ ਹਲੇ ਅਸੀਂ ਇਹ ਜੰਗ ਜਿੱਤੇ ਨਹੀਂ ਹੈਗੇ। ਜਿੱਦਾਂ ਪਹਿਲਾਂ ਵੱਡੀ ਗਿਣਤੀ 'ਚ ਉੱਥੇ ਦਿੱਲੀ ਕੱਟ ਸੀਗਾ, ਉਵੇਂ ਦੁਬਾਰੇ ਇੱਕ ਵਾਰੀ ਇਹ ਲਾਸਟ ਹਮਲਾ ਹੈ। ਹੁਣ ਜਮਾ ਕੰਮ ਕੰਢਿਆਂ ਤੇ ਆਇਆ ਪਿਆ, ਜਿੱਤੇ ਆਪਾਂ ਪਏ ਆਂ, ਐਲਾਨ ਹੋਣਾ ਬਾਕੀ ਹੈ। ਇੱਕ ਵਾਰੀ ਫੇਰ ਚੱਲੀਏ, ਕਿਉਂਕਿ ਜਿਹੜੇ ਲੋਕ ਰਾਜਨੀਤੀ ਦਾ ਇੰਟਰਸਟ ਰੱਖਦੇ, ਉਹਨਾਂ ਨੂੰ ਪਤਾ ਕਿ ਬੰਗਾਲ ਦੇ ਵਿੱਚ ਮਮਤਾ ਦੀ ਜਿੱਤ ਹੋਈ ਹੈ, ਉਹ ਇੱਕ ਵੱਡਾ ਡ੍ਰੌਪ ਰਹੂਗਾ ਬੀਜੇਪੀ ਗਵਰਨਮੈਂਟ ਦੇ ਲਈ। ਹੁਣ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਊਗਾ ਤਾਂ ਮੈਨੂੰ ਲੱਗਦਾ ਵੀ ਆਪਣਾ ਜਿਹੜਾ ਕੰਮ ਹੈ ਉਹ ਛੇਤੀ ਹੋਊਗਾ। ਸੋ ਤਾਂ ਕਰਕੇ ਇਹ ਲਾਮਬੰਦੀ ਕਰਨ ਦਾ ਸਾਡੇ ਦਿਮਾਗ 'ਚ ਇੱਕ ਇਹ ਪਲਾਨ ਚੱਲਿਆ ਵੀ ਕਰੋਨਾ ਦੌਰਾਨ, ਕਿਉਂਕਿ ਕੰਮਕਾਰ ਤਾਂ ਬਾਈ ਜੀ ਹੁਣ ਕੋਈ ਹੈ ਨਹੀਂ, ਬਿਲਕੁਲ ਵਿਹਲੇ ਬੈਠੇ ਆ, ਤਾਂ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ। ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਾਂ ਕਰੋਨਾ ਨੂੰ ਦੇ ਕੇ ਦਿੱਤੀਆਂ ਗਈਆਂ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਕੱਠ ਨਾ ਕਰੀਏ, ਪਿੰਡਾਂ 'ਚ ਜਾ ਕੇ ਲੌਸਮੈਂਟ ਕਰੀਏ ਤੇ ਦੱਸੀਏ ਵੀ ਇਹ ਸਾਡਾ ਸੰਘਰਸ਼ ਹੁਣ ਕਿੱਥੇ ਤੱਕ ਪਹੁੰਚਿਆ ਹੋਇਆ ਤੇ ਅੱਗੇ ਸਾਡੇ ਕੋਲ ਕੀ ਰਣਨੀਤੀ ਹੈ, ਅਸੀਂ ਜਾ ਕੇ ਉੱਥੇ ਕਿਵੇਂ ਕੀ ਕੁਝ ਕਰ ਸਕਦੇ ਹਾਂ। ਭਾਈ ਤੁਸੀਂ ਇਹ ਤਾਂ ਕੀਤਾ ਕਿਉਂਕਿ ਤੁਹਾਨੂੰ ਲੱਗਦਾ ਵੀ ਲੋਕ ਕੁਛ ਨਾ ਕੁਛ ਉਦਾਸ ਹੋਏ ਜਾਂ ਨਾਰਾਜ਼ ਹੋਏ ਬੈਠੇ ਨੇ। ਇਹ ਨਾਰਾਜ਼ਗੀ ਕਿਉਂ ਆਈ ਹੈ, ਕਿਉਂ ਉੱਥੇ ਕੱਟ ਗਿਆ? ਇਕੱਠ ਦੇਖੋ,
ਇੱਕ ਚੀਜ਼ ਹੈ ਵੀ ਜਿੰਨਾ ਸੰਘਰਸ਼ ਲੰਬਾ ਪੈ ਜਾਂਦਾ ਹੈ, ਜਦੋਂ ਪਹਿਲੇ 2 ਮਹੀਨੇ ਮੈਨੂੰ ਲੱਗਦਾ 2-2 ਲੱਖ 2.5 ਲੱਖ ਬੰਦਾ ਉੱਥੇ ਸਰਹੱਦਾਂ ਤੇ ਸੀ, ਇਕੱਠ ਇੰਨਾ ਨਹੀਂ ਘਟਿਆ ਵੀ ਗਵਰਨਮੈਂਟ ਖਦੇੜ ਦੇਵੇ। ਇਕੱਠ ਉੱਥੇ ਹੁਣ ਵੀ ਹੈਗਾ, ਹੁਣ ਗਿਣਤੀ ਹਜ਼ਾਰਾਂ ਚ ਆ ਗਈ ਬਾਰਡਰਾਂ ਤੇ। ਉਹ ਪੱਕੇ ਡੇਰੇ ਬਣ ਗਏ, ਉੱਥੇ ਸਾਡੇ ਬਜ਼ੁਰਗ ਬੈਠੇ ਆ, ਉਹਨਾਂ ਨੇ ਆਪਣਾ ਸਾਰਾ ਸਿਸਟਮ, ਅਸੀਂ ਜਾਣਦੇ ਆ, ਤੁਸੀਂ ਵੀ ਜਾਣਦੇ ਹੋ, ਤੁਹਾਨੂੰ ਪਤਾ ਹੈ। ਪਰ ਸਾਨੂੰ ਇੱਕ ਆਦਤ, ਲੋਕਾਂ ਦੇ ਕੰਮ ਵੀ ਸੀ, ਲੋਕਾਂ ਨੇ ਫਸਲ ਬਾੜੀ ਵੀ ਆਪਣੀ ਸਾਂਭਣੀ ਸੀ, ਬੀਜਣੀ ਸੀ, ਵੱਢਣੀ ਸੀ, ਸਾਰਾ ਕੁਝ ਸੀਗਾ। ਉਹ ਚੀਜ਼ਾਂ ਵੀ ਹੋ ਗਈਆਂ, ਹੁਣ ਜਮਾਂ ਵਿਹਲੇ ਹੋਏ ਪਏ ਆ, ਲੋਕ ਆਏ ਵੀ ਆ, ਲੋਕ ਜਾ ਵੀ ਰਹੇ ਆ, ਰੂਟੀਨ 'ਚ ਹਾਜ਼ਰੀ ਉੱਥੇ ਲੱਗ ਰਹੀ ਹੈ। ਪਰ ਇੱਕ ਵੱਡੇ ਇਕੱਠ ਦੀ ਲੋੜ ਹੁੰਦੀ ਹੈ। ਜਿਵੇਂ ਆਪਾਂ ਇਕੱਠ ਦੀ ਗੱਲ ਕੀਤੀ ਤਾਂ ਕੀਤੀ ਕਿਉਂਕਿ ਪਹਿਲਾਂ ਉਹ ਇਕੱਠ ਏਡਾ ਵੱਡਾ ਸੀ, ਗਵਰਨਮੈਂਟ ਪ੍ਰੈਸ਼ਰ 'ਚ ਸੀ। ਤਾਂ ਹੁਣ ਉਹ ਇੰਨੀ ਸੁੱਤੀ ਹੋਈ ਗਵਰਨਮੈਂਟ ਆ, ਜਿੰਨੇ ਕਿ ਸਾਡੇ ਭਰਾ ਬੈਠੇ ਆ, ਉਹ ਕਰੋਨਾ ਕਰਕੇ ਉਹਨਾਂ ਨੂੰ ਟਾਈਮ ਹੀ ਨਹੀਂ ਦਿੰਦੇ, ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ, ਉਹਨਾਂ ਨਾਲ ਕੋਈ ਗੱਲਬਾਤ ਦਾ ਰਾਹ ਨਹੀਂ ਖੋਲਦੇ। ਸੋ ਮੇਰੇ ਦਿਮਾਗ 'ਚ ਮੈਨੂੰ ਲੱਗਦਾ ਵੀ ਜੇ ਦੁਬਾਰੇ ਇੱਕ ਵਾਰੀ ਫੇਰ ਆਪਾਂ ਦਿੱਲੀ ਪਹੁੰਚਾਂਗੇ, ਉਵੇਂ ਵੱਡਾ ਇਕੱਠ ਕਰਾਂਗੇ, ਲੱਖਾਂ ਦੀ ਗਿਣਤੀ 'ਚ ਦਿੱਲੀ ਪਹੁੰਚਿਆ ਜਾਊਗਾ, ਤਾਂ ਗਵਰਨਮੈਂਟ ਤੇ ਪ੍ਰੈਸ਼ਰ ਬਣੂਗਾ। ਤੇ ਸਾਡੇ ਜਿਹੜੇ ਆਗੂ ਸਾਹਿਬਾਨ ਨੇ, ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ, ਉਹਨਾਂ ਨੂੰ ਇੱਕ ਹੌਸਲਾ ਮਿਲੂਗਾ। ਉਹ ਅੱਗੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਕੋਈ ਨਾ ਕੋਈ ਆਨਲਾਈਨ ਜਾਂ ਪਿੰਡਾਂ 'ਚ ਆ ਕੇ ਕੋਈ ਵੀ ਮੁਹਿੰਮ ਇਦਾਂ ਦੀ ਸ਼ੁਰੂ ਕਰੋ ਵੀ ਦੁਬਾਰੇ ਜਿਹੜਾ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉਹ ਦੁਬਾਰੇ ਇੱਕ ਲਾਮਬੰਦ ਹੋ ਕੇ ਉਹਨਾਂ ਸਰਹੱਦਾਂ ਵੱਲ ਨੂੰ ਵਧੇ, ਗਵਰਨਮੈਂਟ ਤੇ ਪ੍ਰੈਸ਼ਰ ਪਵੇ, ਗੱਲਬਾਤ ਦਾ ਰਾਹ ਖੁੱਲੇ। ਤੁਹਾਨੂੰ ਨਹੀਂ ਲੱਗਦਾ ਵੀ ਸਾਡੇ ਆਪਣੇ ਬੰਦੇ ਇਹਨੂੰ ਥੋੜਾ ਜਿਹਾ ਜ਼ਿਆਦਾ ਲੰਬਾ ਕਰ ਰਹੇ ਆ ਪ੍ਰੋਗਰਾਮ ਨੂੰ, ਤੇ ਮੁੰਡੇ ਜਿਹੜੇ ਹੁੰਦੇ ਨੇ, ਨੌਜਵਾਨ ਮੁੰਡਾ ਹੁੰਦੇ ਨੇ, ਉਹਨਾਂ ਨੂੰ ਇਨਸਟੈਂਟ ਦਾ ਰਿਜ਼ਲਟ ਚਾਹੀਦਾ ਹੁੰਦਾ। ਚਲੋ ਫਿਰ ਵੀ ਸਾਡੇ ਮੁੰਡਿਆਂ ਨੇ ਤਾਂ ਬਹੁਤ ਸਬਰ ਕਰ ਲਿਆ ਵੀ ਹਨਾ, ਮਤਲਬ ਹਜੇ ਤੱਕ, ਪਰ ਉਹਨਾਂ ਨੂੰ ਕੋਈ ਰਿਜ਼ਲਟ ਜਾਂ ਮਿਲ ਹੀ ਨਹੀਂ ਰਿਹਾ। ਉਹ ਚਲੇ ਵੀ ਜਾਣਗੇ, ਕੋਈ ਹਜੇ ਤੱਕ ਕੋਈ ਪ੍ਰੋਗਰਾਮ ਹੀ ਨਹੀਂ ਹੈਗਾ। ਅਸੀਂ ਮਾਰਚ ਮਹੀਨਾ ਚੱਲ ਰਿਹਾ ਹੁੰਦਾ, ਅਪ੍ਰੈਲ ਨੂੰ ਛੱਡ ਕੇ ਅਸੀਂ ਮਈ ਦਾ ਪ੍ਰੋਗਰਾਮ ਦਿੰਨੇ ਆ, ਉਹ ਵੀ ਕੈਂਸਲ ਕਰ ਦਿੰਨੇ ਆ। ਸੋ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਸਾਡੀ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਕੋਈ ਕਮੀ ਹੈ। ਤੇ ਇੱਕ ਸਵਾਲ ਇਹਦੇ ਨਾਲ ਹੋਰ ਹੈ ਬਾਈ, ਤੁਹਾਨੂੰ ਲੱਗਦਾ ਕਿ ਤੁਸੀਂ ਮੰਨਦੇ ਹੋ ਇਹ ਗੱਲ, ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਹੈ ਕਿ ਸਾਡੇ ਬੰਦਿਆਂ ਦੇ ਵਿੱਚ ਸਭ ਤੋਂ ਕਮੀ ਅੱਜ ਤੱਕ ਇਹ ਰਹੀ, ਅਸੀਂ ਜੰਗਾਂ ਤਾਂ ਹਾਰੇ ਹਾਂ ਕਿ ਸਾਡੇ ਆਪਸੀ ਰੌਲੇ ਪੈ ਜਾਂਦੇ ਆ, ਤੇ ਇਸ ਮੋਰਚੇ ਦੇ ਵਿੱਚ ਵੀ ਸਾਡੇ ਆਪਸੀ ਰੌਲੇ ਚੱਲ ਰਹੇ ਆ ਕੋਈ ਨਾ ਕੋਈ। ਬਹੁਤ ਚੱਲ ਰਿਹਾ ਬਾਈ, ਕੋਈ ਕਾਮਰੇਡ ਚੱਲ ਰਿਹਾ, ਕੋਈ ਸਿੱਖ ਜਥੇਬੰਦੀਆਂ ਦਾ ਚੱਲ ਰਿਹਾ, ਸੋਸ਼ਲ ਮੀਡੀਆ ਤੇ ਰੋਜ਼ ਕੋਈ, ਐਵੇਂ ਤਾਂ ਜੱਤੀ ਨਹੀਂ ਜਾਣਾ ਬਾਈ। ਮੈਂ ਉਹੀ ਤੁਹਾਨੂੰ ਉਹੀ ਗੱਲ ਦੱਸਦਾ, ਜਦੋਂ ਤੁਰੇ ਸੀ ਇੱਥੋਂ ਉਦੋਂ ਕੋਈ ਜਥੇਬੰਦੀਆਂ ਨਹੀਂ ਸੀ, ਕੋਈ ਉੱਥੇ ਐ ਨਹੀਂ ਸੀ ਵੀ ਆ ਫਲਾਣੇ ਦਾ ਧੜਾ ਆ, ਢਮਕਾਣੇ ਦਾ ਧੜਾ, ਉਦੋਂ ਆਪ ਮੁਹਾਰੇ ਲੋਕ ਚੱਲੇ ਸੀ। ਇਹ ਹੁਣ ਵੀ ਫਰਜ਼ ਲੋਕਾਂ ਨੂੰ ਹੀ ਸਾਂਭਣਾ ਪਊਗਾ। ਜੇ ਆਪਾਂ ਗੱਲ ਕਰਦੇ ਹਾਂ ਵੀ ਗਵਰਨਮੈਂਟ ਤੇ ਪ੍ਰੈਸ਼ਰ ਬਣਾਈਏ, ਤਾਂ ਜੇ ਉੱਥੇ ਇਕੱਠ ਕਰਾਂਗੇ, ਜੇ ਕੋਈ ਗਤੀਵਿਧੀ ਉਹ ਆਉਣ ਵਾਲੇ ਦਿਨਾਂ 'ਚ ਨਹੀਂ ਕਰਨਗੇ, ਤਾਂ ਪ੍ਰੈਸ਼ਰ ਜਿਹੜੇ ਸਾਡੇ ਅੱਗੇ ਬੰਦੇ ਆ, ਅਸੀਂ ਉਹਨਾਂ ਤੇ ਬਣਾ ਲਾਂਗੇ ਵੀ ਭਾਈ ਦੱਸੋ, ਹੁਣ ਤਾਂ ਅਸੀਂ ਇਕੱਠ ਵੀ ਕਰ ਲਿਆ। ਗਵਰਨਮੈਂਟ ਕਰੋਨਾ ਸਾਰੇ ਮੁਲਕ ਲਈ ਸੇਮ ਆ ਨਾ, ਇਕੱਲੇ ਕਿਸਾਨਾਂ ਲਈ ਤਾਂ ਹੈ ਨਹੀਂ। ਗਵਰਨਮੈਂਟ ਹੋਰ ਕੰਮ ਨਹੀਂ ਕਰਦੀ, ਸਭ ਕੁਝ ਕਰਦੀ ਹੈ। ਤਾਂ ਵਰਚੁਅਲ ਮੀਟਿੰਗ ਕਰ ਲਓ, ਚਲੋ ਨਾ ਵੀ ਸਾਨੂੰ ਬੁਲਾਓ, ਪਰ ਕੋਈ ਗੱਲਬਾਤ ਦਾ ਰਾਹ ਤਾਂ ਖੁੱਲਣਾ ਚਾਹੀਦਾ ਨਾ। ਹੁਣ ਤਾਂ ਪਿਛਲੇ ਤਕਰੀਬਨ 3-4 ਮਹੀਨੇ ਤੋਂ ਨਾ ਤਾਂ ਗਵਰਨਮੈਂਟ ਕੋਈ ਗੱਲਬਾਤ ਕਰ ਰਹੀ ਹੈ, ਤੇ ਸਾਡੀਆਂ ਜਥੇਬੰਦੀਆਂ ਵੀ ਉਵੇਂ ਦੀ ਉਵੇਂ ਬੈਠੀਆਂ ਨੇ, ਨਾ ਕੋਈ ਪ੍ਰੋਗਰਾਮ ਹੈ। ਮੈਂ ਤਾਂ ਜਥੇਬੰਦੀਆਂ ਵਾਲਿਆਂ ਨੂੰ ਵੀ ਕਹਿਣਾ ਵੀ ਕੋਈ ਨਾ ਕੋਈ ਪ੍ਰੋਗਰਾਮ ਤਾਂ ਦਿਓ ਜਿਹਦੇ ਨਾਲ ਸਰਗਰਮੀ ਪੈਦਾ ਹੁੰਦੀ ਰਹੇ। ਹੁਣ ਤਾਂ ਸੋਸ਼ਲ ਮੀਡੀਆ ਤੇ ਰੋਜ਼ ਆਉਂਦਾ, ਬਹੁਤ ਦੁੱਖ ਲੱਗਦਾ ਦੇਖ ਕੇ ਵੀ ਯਾਰ ਹੁਣ ਤਾਂ ਕੰਮ ਠੰਡਾ ਪੈ ਗਿਆ, ਹੁਣ ਤਾਂ ਪਤਾ ਨਹੀਂ ਕੀ ਬਣੂਗਾ। ਲੋਕ ਆ ਜਾ ਰਹੇ ਆ। ਇੱਕ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਦੁਬਾਰੇ ਵੀ ਪੰਜਾਬ ਉਵੇਂ ਹੀ ਉੱਠ ਕੇ ਆਪ ਮੁਹਾਰੇ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਕੋਈ ਜਥੇਬੰਦੀ ਦਿੱਲੀ ਨਹੀਂ ਲੈ ਕੇ ਗਈ ਆ, ਤਾਂ ਸੰਗਤ ਗਈ ਆ, ਜਥੇਬੰਦੀਆਂ ਵਾਲੇ ਬਾਅਦੋਂ ਗਏ ਆ ਦਿੱਲੀ। ਮੈਂ ਉੱਥੇ ਅੱਖਾਂ ਨਾਲ ਦੇਖਿਆ, ਬੈਰੀਗੇਡ ਪੱਟਦੇ, ਸ਼ੰਭੂ ਬੈਰੀਗੇਡ ਤੇ ਮੈਂ ਮੌਜੂਦ ਸੀ ਜਦੋਂ 150 ਟਰਾਲੀ ਲੰਘੀ। ਇੱਕ ਬਹੁਤ ਵੱਡਾ ਜਥੇਦਾਰ ਆਗੂ ਸੀ, ਜਦੋਂ 200 ਟਰਾਲੀ ਲੰਘੀ ਉਹ ਉਦੋਂ ਬਾਅਦ ਚ ਗਿਆ ਵੀ ਹੁਣ ਸਾਨੂੰ ਜਾਣਾ ਪੈਣਾ। ਉਹਨੇ ਪਹਿਲ ਨਹੀਂ ਕੀਤੀ ਵੀ ਅਸੀਂ ਦਿੱਲੀ ਚੱਲੀਏ। ਉਵੇਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਵੀ ਆਹ ਜਿਹੜੀਆਂ ਗੱਲਾਂ ਬਾਤਾਂ ਉੱਡ ਰਹੀਆਂ ਨੇ, ਇਹਨਾਂ ਨੂੰ ਥੱਲੇ ਰੱਖ ਕੇ ਇੱਕ ਵਾਰੀ ਆਪਾਂ ਆਪ ਮੁਹਾਰੇ ਪਿੰਡਾਂ ਚੋਂ ਨਿਕਲੇ ਸੀ। ਪਹਿਲਾਂ ਸਾਨੂੰ ਕਿਸੇ ਨੇ ਕੱਢਿਆ ਨਹੀਂ ਸੀ, ਅਸੀਂ ਕਿਸੇ ਜਥੇਬੰਦੀ ਦੇ ਪਿੱਛੇ ਲੱਗ ਕੇ ਨਹੀਂ ਗਏ ਸੀ, ਅਸੀਂ ਕਿਸੇ ਕਲਾਕਾਰ ਦੇ ਪਿੱਛੇ ਲੱਗ ਕੇ ਨਹੀਂ ਗਏ ਸੀ, ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਗਏ ਸੀ। ਹੁਣ ਵੀ ਆਪਾਂ ਉਵੇਂ ਚੱਲੀਏ ਤੇ ਇੱਕ ਉੱਥੇ ਟਾਈਮ ਸਿਸਟਮ ਰੱਖੀਏ ਵੀ ਭਾਈ ਗੱਲਬਾਤ ਗਵਰਨਮੈਂਟ ਕਰਦੀ ਹੈ, ਨਹੀਂ ਫਿਰ ਅਸੀਂ ਆਪ ਕੋਈ ਨਾ ਕੋਈ ਐਕਸ਼ਨ ਲੈ ਕੇ ਅੱਗੇ ਵਧਾਂਗੇ ਜੀ। ਅੱਛਾ ਬਈ, ਤੁਸੀਂ ਜਦੋਂ ਸੀਗੇ ਪਹਿਲਾਂ ਸਰਗਰਮੀ ਦੇ ਵਿੱਚ ਤੁਸੀਂ ਪੂਰੇ ਸੀਗੇ ਹਨਾ, ਤੁਹਾਨੂੰ ਨਾਲ ਕਿਸਾਨ ਲੀਡਰ ਵੀ ਗੱਲਬਾਤ ਕਰਦੇ ਸੀ, ਤੁਹਾਡਾ ਹਰ ਜਗ੍ਹਾ ਤੇ ਜੇ ਕਿਤੇ ਇਕੱਠ ਹੁੰਦਾ ਜਸਬਾਲਿਆਂ ਨੂੰ ਬੁਲਾਇਆ ਜਾਂਦਾ ਸੀ। ਹੁਣ ਇਹਨਾਂ ਗੱਲ ਇਸ ਜਿਹੜਾ ਮੈਂ ਸਵਾਲ ਪੁੱਛੂੰਗਾ ਇਹਦੇ ਚ ਕੁਛ ਨਾ ਕੁਛ ਕਾਫੀ ਸਵਾਲਾਂ ਦੇ ਜਵਾਬ ਨਿਕਲ ਜਾਣਗੇ। ਇਮਾਨਦਾਰੀ ਨਾਲ ਦੱਸਿਓ ਕਿ ਤੁਹਾਨੂੰ ਹੁਣ ਕਿਸਾਨ ਲੀਡਰ ਸੰਪਰਕ ਕਰਦੇ ਵੀ ਆਓ, ਜਾਂ ਯਾਰ ਤੁਸੀਂ ਨੌਜਵਾਨ ਮੁੰਡੇ ਆਪਾਂ ਇਕੱਠੇ ਹੋ ਕੇ ਕੁਛ ਕਰੀਏ, ਕਿ ਉਹ ਆਪਣੀ ਮਰਜ਼ੀ ਨਾਲ ਸਾਰੇ ਫੈਸਲੇ ਲਏ ਜਾ ਰਹੇ ਆ ਜਿਹੜੇ ਹੁਣ ਕੋਈ ਤੁਹਾਨੂੰ ਨੌਜਵਾਨ ਕਲਾਕਾਰਾਂ ਨੂੰ ਸੰਪਰਕ ਕਰਦੇ ਜਿਵੇਂ ਪਹਿਲਾਂ ਕਰਦੇ ਸੀ? ਦੇਖੋ, ਦੋ ਕਹਾਵਤਾਂ ਨੇ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦੀ ਉੱਥੇ ਡੁੱਬੀ, ਤਾਂ ਜੇ ਮੈਨੂੰ ਸਾਹ ਨਾ ਆਇਆ। ਜੇ ਮੈਨੂੰ ਉਹ ਬੁਲਾਉਂਦੇ ਤਾਂ ਮੈਨੂੰ ਕੀ ਲੋੜ ਸੀ ਆਪ ਮੁਹਾਰੇ। ਮੈਂ ਜਥੇਬੰਦੀਆਂ ਨਾਲ ਜੁੜਿਆ, ਇੱਕ ਦਿਨ ਵੀ ਮੈਨੂੰ ਕਿਸੇ ਜਥੇਬੰਦੀ ਦਾ ਫੋਨ ਨਹੀਂ ਆਇਆ, ਇੱਕ ਦਿਨ ਵੀ ਮੈਨੂੰ ਉਹਨਾਂ ਨੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਕੀ ਸਰਗਰਮੀ ਹੈ, ਕੀ ਚੱਲ ਰਿਹਾ। ਹੋ ਸਕਦਾ ਉਹਨਾਂ ਦੇ ਬੜੇ ਰੁਝੇਵੇਂ ਹੋਣਗੇ, ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਉਹਨਾਂ ਦਾ। ਮੈਨੂੰ ਇਕੱਲੇ ਨੂੰ ਨਹੀਂ, ਪੰਜਾਬ 'ਚ ਕੋਈ ਪ੍ਰੋਗਰਾਮ ਆਇਆ ਹੀ ਨਹੀਂ ਜਥੇਬੰਦੀਆਂ ਵੱਲੋਂ ਵੀ ਆਪਾਂ ਹੁਣ ਕੁਝ ਕਰ ਸਕਦੇ ਹਾਂ। ਸੋ ਮੈਂ ਬੇਨਤੀ ਕਰਦਾ, ਕੋਈ ਮੈਂ ਉਹਨਾਂ ਨੂੰ, ਦੇਖੋ
ਸਾਡਾ ਹੱਕ ਹੈ ਉਹਨਾਂ ਤੇ। ਜੇ ਉਹ ਸਾਡੇ ਹਿਸਾਬ ਨਾਲ ਨਹੀਂ ਚੱਲਣਗੀਆਂ ਤਾਂ ਅਸੀਂ ਤਾਂ ਟੀਕਾ ਟਿੱਪਣੀ ਕਰਾਂਗੇ ਹੀ। ਤਾਂ ਉਹਨਾਂ ਦਾ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਆਇਆ, ਇਹ ਆਪ ਮੁਹਾਰੇ। ਤਾਂ ਹੀ ਮੈਂ ਕਹਿ ਰਿਹਾ ਵੀ ਸੰਗਤ ਫੈਸਲਾ ਲਵੇ ਵੀ ਹੁਣ ਅਸੀਂ ਆਪ ਜਾਣਾ ਹੈ, ਕਿਉਂਕਿ ਜਿਹੜੇ ਮਸਲੇ ਨੂੰ ਲੈ ਕੇ ਅਸੀਂ ਦਿੱਲੀ ਗਏ ਸੀ ਉਹ ਸਾਡਾ ਮਸਲਾ ਉੱਥੇ ਹੀ ਖੜਾ ਹੈ। ਸਾਡਾ ਉਹ ਮਸਲਾ ਹੱਲ ਨਹੀਂ ਹੋਇਆ, 3 ਕਾਲੇ ਕਾਨੂੰਨ ਰੱਦ ਨਹੀਂ ਹੋਏ। ਇਹ ਕਰਾਉਣੇ ਤਾਂ ਪੈਣੇ ਨੇ ਜੇ ਆਪਾਂ ਆਪ ਰਲ ਕੇ ਅੱਗੇ ਵਧਾਂਗੇ ਸਾਰੇ, ਜਿਵੇਂ ਪਹਿਲਾਂ ਗਏ ਸੀ 26 ਤਰੀਕ ਨੂੰ, ਉਵੇਂ ਹੀ ਹੁਣ ਦੁਬਾਰੇ ਫੇਰ ਚੱਲੀਏ। ਤਾਂ ਜਦੋਂ ਸੰਗਤ ਜਾਊਗੀ ਤਾਂ ਪ੍ਰੈਸ਼ਰ ਆਪਣੇ ਆਪ ਹੀ ਬਣ ਜਾਊਗਾ, ਗੱਲਾਂ ਬਾਤਾਂ ਆਪਣੇ ਆਪ ਹੀ ਨਿਕਲਣਗੀਆਂ। ਇੱਕ ਵਾਰੀ ਆਪਾਂ ਤੁਰੀਏ ਇਕੱਠੇ ਹੋ। ਅੱਛਾ, ਆਖਰੀ ਸਵਾਲ ਹੈ ਬਾਈ, ਬਹੁਤ ਸਾਰੇ ਬਿਆਨ ਉਲਟ ਪੁਲਟ ਆਉਂਦੇ ਰਹਿੰਦੇ ਆ, ਕੋਈ ਜਥੇਬੰਦੀਆਂ ਦਾ ਲੀਡਰ ਕੁਝ ਬੋਲਦਾ, ਕੋਈ ਕੁਝ ਬੋਲਦਾ, ਜਿਹੜੀਆਂ ਹਾਲਾਂਕਿ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਡੇ ਵਰਗਾ ਲੀਡਰ, ਨੌਜਵਾਨ ਲੀਡਰ ਜਿਹਨੇ ਇੰਨੀ ਮਿਹਨਤ ਕੀਤੀ, ਜੇ ਉਹਨੂੰ ਵੀ ਨਹੀਂ ਪੁੱਛਿਆ ਜਾ ਰਿਹਾ ਤਾਂ ਕੁਝ ਨਾ ਕਿਤੇ ਕਮੀਆਂ ਹੈਗੀਆਂ ਨੇ। ਮੇਰਾ ਸਵਾਲ ਇਹ ਹੈ ਕਿ ਦੀਪ ਸਿੱਧੂ ਦੀ ਜੇ ਗੱਲ ਕਰੀਏ ਤਾਂ ਦੀਪ ਸਿੱਧੂ ਤੇ ਇਲਜ਼ਾਮ ਲਾਏ ਗਏ 26 ਜਨਵਰੀ ਤੋਂ ਬਾਅਦ, ਤੇ ਉਹ ਜੇਲ੍ਹ ਵੀ ਕੱਟ ਕੇ ਆ ਗਿਆ। ਦੀਪ ਸਿੱਧੂ ਦਾ ਇਸ ਟਾਈਮ ਦਾ ਜਿਹੜਾ ਸਟੈਂਡ ਹੈ ਜਾਂ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਦੇ ਬਾਰੇ ਜਸ ਬਾਜਵਾ ਕੀ ਸੋਚਦਾ? ਕਿਉਂਕਿ ਤੁਸੀਂ ਹਾਣੋ ਹਾਣੀ ਹੋ, ਤੁਹਾਡੀ ਸੋਚ ਉਹਦੇ ਬਾਰੇ ਕੀ ਹੈ? ਗੱਲ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਅਸੀਂ ਇਕੱਠਿਆਂ ਨੇ ਸਭ ਨੇ ਭਰਾਵਾਂ ਅੱਜ ਕੀ ਸੋਚਦੇ ਸ਼ੁਰੂ ਕੀਤਾ ਸੀਗਾ। ਅੱਜ ਵੀ ਮੈਂ ਇਹੀ ਸੋਚਦਾ ਵੀ ਦੀਪ ਦੀਆਂ ਮੈਂ ਪਿਛਲੀਆਂ ਇੱਕ ਇੰਟਰਵਿਊ ਦੇਖੀ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਵੀ ਮੈਂ ਅੱਜ ਵੀ ਮੈਂ ਜੇਲ੍ਹ ਜਾਇਆ, ਚਾਹੇ ਕੁਝ ਵੀ ਹੋ ਗਿਆ, ਮੇਰੇ ਤੇ ਇਲਜ਼ਾਮ ਲੱਗੇ, ਪਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ। ਉਹਨੂੰ ਲੈ ਕੇ ਵਿਚਾਰਧਾਰਾ ਹਰ ਇੱਕ ਬੰਦੇ ਦੀ ਵੱਖ-ਵੱਖ ਹੋ ਸਕਦੀ ਹੈ, ਪਰ ਜਦੋਂ ਬੰਦਾ ਇਹ ਗੱਲ ਕਹਿ ਦਿੰਦਾ ਵੀ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ, ਤਾਂ ਉਹ ਇਟ ਮੀਨਸ ਉਹ ਪੰਜਾਬ ਦੇ ਨਾਲ ਹੈ, ਉਹ ਪੰਜਾਬ ਦੀ ਕਿਸਾਨੀ ਦੇ ਨਾਲ ਖੜਾ ਹੈ। ਤਾਂ ਮੈਨੂੰ ਲੱਗਦਾ ਵੀ ਇੱਕ ਬਹੁਤ ਚੰਗੀ ਗੱਲ ਹੈ ਦੀਪ ਅੱਜ ਕਿਸਾਨਾਂ ਦੇ ਨਾਲ ਖੜਾ ਹੈ। ਲੋਕ ਗੱਦਾਰ ਕਹਿੰਦੇ, ਤੁਸੀਂ ਗੱਦਾਰ ਕਹਿੰਦੇ? ਨਹੀਂ, ਬਿਲਕੁਲ ਵੀ ਨਹੀਂ। ਅਸੀਂ ਹਾਂ ਠੀਕ ਹੈ, ਮੈਂ ਸਟਾਰਟਿੰਗ ਵਾਲੇ ਦਿਨਾਂ 'ਚ ਮੈਂ ਕਾਊਂਟਰ ਕਰਦਾ ਰਿਹਾ, ਮੈਂ ਇਸ ਗੱਲ ਤੋਂ ਕਦੇ ਵੀ ਨਹੀਂ ਭੱਜੂਗਾ ਵੀ ਮੈਨੂੰ ਐ ਸੀ ਵੀ ਆਪਾਂ ਸਾਰੇ ਰਲ ਮਿਲ ਕੇ ਚੱਲੀਏ। ਪਰ ਜਾਣਾ ਪਟਿਆਲੇ ਆ, ਕਿਸੇ ਨੇ ਬਾਇਆ ਰਾਜਪੁਰੇ ਨਹੀਂ ਜਾਣਾ, ਕਿਸੇ ਨੇ ਬਾਇਆ ਬਨੂੜ ਚਲੇ ਜਾਣਾ, ਉਹਨਾਂ ਦੇ ਰਾਹ ਅਲੱਗ ਹੋ ਸਕਦੇ ਸੀ, ਪਰ ਮੰਜ਼ਿਲ ਸਾਡੀ ਸਭ ਦੀ ਇੱਕ ਸੀ। ਅੱਜ ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਇੱਕ ਵਾਰੀ ਫੇਰ ਦੁਬਾਰੇ ਇਕੱਠੇ ਹੋ ਕੇ ਲਾਮਬੰਦੀ ਕਰੀਏ ਤੇ ਦਿੱਲੀ ਇਕੱਠ ਵੱਧ ਤੋਂ ਵੱਧ ਕੀਤਾ ਜਾ ਸਕੇ। ਬਹੁਤ ਸ਼ੁਕਰੀਆ ਬਈ, ਤੁਸੀਂ ਪਹਿਲਾਂ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਰੱਬ ਸੁੱਖ ਰੱਖੇ ਵੀ ਹੁਣ ਵੀ ਤੁਹਾਡੀ ਮਿਹਨਤ ਰੰਗ ਲੈ ਕੇ ਆਵੇ। ਇਹ ਸਨ ਜਸ ਬਾਜਵਾ। ਸੋ ਇਹਨਾਂ ਦਾ ਕਹਿਣਾ ਕਿ ਜਿਹੜਾ ਹੋਕਾ ਪ੍ਰੋਗਰਾਮ ਹੈ ਉਹਦੇ ਤਹਿਤ ਇਹ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਆਪ ਮੁਹਾਰੇ ਵੀ ਕਰਨ, ਤੇ ਇਹਨਾਂ ਦੀ ਅਪੀਲ ਵੀ ਹੈ ਕਿ ਇਸ ਹੋਕਾ ਪ੍ਰੋਗਰਾਮ ਦੇ ਤਹਿਤ, ਇੱਕ ਹੋਕਾ ਮੁਹਿੰਮ ਦੇ ਤਹਿਤ ਲੋਕ ਸਾਰੇ ਲੋਕਾਂ ਦੂਜੇ ਆਪਣੇ ਪਿੰਡਾਂ ਨੂੰ ਲਾਮਬੰਦ ਕਰਨ ਦੇ ਲਈ, ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ। ਕੈਮਰਾਮੈਨ ਲੈਮਨ ਦੇ ਨਾਲ ਮੈਂ ਗੁਰਪਾਲ ਬਰਾੜ, ਚੰਡੀਗੜ੍ਹ।